ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਤਾਪਮਾਨ 26 ਡਿਗਰੀ ਦੇ ਨੇੜੇ ਤੇੜੇ ਸੀ ਤੇ ਰਾਤ ਦੇ ਵੇਲੇ 8 ਤੋਂ ਲੈ ਕੇ 9 ਡਿਗਰੀ ਤੱਕ ਦਰਜ ਕੀਤਾ ਗਿਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਦਿੱਲੀ ਤੇ ਹਰਿਆਣੇ ਦੇ ਵਿੱਚ ਵੀ ਦਿਨ ਦੇ ਵੇਲੇ ਸੋਹਣੀ ਤਿੱਖੀ ਧੁੱਪ ਨਿਕਲਦੀ ਹੈ ਤੇ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਖਾਸੀ ਧੁੰਦ ਹੁੰਦੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਤਿੰਨਾਂ ਸੂਬਿਆਂ ਦੇ ਵਿੱਚ ਮੌਸਮ ਸਥਿਰ ਰਹਿਣਾ, ਯਾਨੀ ਕਿ ਦਿਨ ਦੇ ਵੇਲੇ ਤਿੱਖੀ ਧੁੱਪ ਤੇ ਰਾਤ ਤੇ ਸਵੇਰ ਦੇ ਵੇਲੇ ਠੰਡ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਸਾਂਝੀ ਕਰਨੀ ਹੋਵੇ ਤਾਂ ਚਿੱਤ ਭਰ ਆਉਂਦਾ ਕਿ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ। ਅਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਇੱਥੇ ਕਰਨ ਲਈ ਬੈਠੇ ਵੀ ਫਲਾਣੀ ਪਾਰਟੀ ਚੰਗੀ ਆ, ਫਲਾਣੀ ਪਾਰਟੀ ਮਾੜੀ ਆ। ਅਸਲ ਦੇ ਵਿੱਚ ਜੋ ਕੁਝ ਪੰਜਾਬ ਦੇ ਵਿੱਚ ਹੋ ਵਾਪਰ ਰਿਹਾ, ਜਿਵੇਂ ਕਿਸੇ ਬੰਦੇ ਦਾ ਕਤਲ ਕਰ ਦੇਣਾ ਇੱਕ ਖੇਡ ਜੀ ਬਣ ਕੇ ਰਹਿ ਗਈ ਹੈ ਪੰਜਾਬ ਦੇ ਵਿੱਚ। ਹੈ ਤਾਂ ਪੂਰੇ ਭਾਰਤ ਦੇ ਵਿੱਚ ਹੀ, ਇੱਥੇ ਕੁਝ ਕੁ 100 ਜਾਂ ਕੁਝ ਕੁ ਹਜ਼ਾਰ ਰੁਪਈਏ ਦੇ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ। ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹ ਕੇ ਸੁਣ ਕੇ ਚੇਤੇ ਕਰਕੇ ਅਤੀਤ ਦੇ ਵੱਲ ਵਰਤਮਾਨ ਦੇ ਵੱਲ ਦੇਖ ਕੇ ਗੱਚ ਭਰ ਆਉਂਦਾ ਵੀ ਇੱਥੇ ਬੰਦੇ ਦਾ ਰਹਿਣ ਦਾ ਕੀ ਬਣਿਆ ਪਿਆ। ਇੱਥੇ ਜੇਕਰ ਇੱਕ ਬੰਦੇ ਨੂੰ ਇੱਕ ਸਕਿੰਟ ਦੇ ਵਿੱਚ ਹੀ ਹੈ ਤੋਂ ਸੀ ਕਰ ਦਿੱਤਾ ਜਾਂਦਾ, ਜਿਵੇਂ ਕਿ ਲੰਘੇ ਕੱਲ੍ਹ ਫਰੀਦਕੋਟ ਦੇ ਜੁਬਲੀ ਸਿਨੇਮੇ ਦੇ ਮੂਹਰੇ ਫਰੀਦਕੋਟ ਦੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਸ ਤੋਂ ਬਾਅਦ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆ ਰਹੇ ਆ ਵੀ ਬੰਦਾ ਕਿਹੜਾ ਸੁਰੱਖਿਅਤ ਹੈ। ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਨਾਂ ਦੀ ਚੀਜ਼ ਨੂੰ ਕਿਉਂ ਨਹੀਂ ਪਸਰਨ ਦਿੱਤਾ ਜਾ ਰਿਹਾ? ਪੁਲਿਸ ਦਾ ਡਰ ਕਿਉਂ ਨਹੀਂ ਰਿਹਾ? ਅਮਨ ਕਾਨੂੰਨ ਦੀ ਸਥਿਤੀ ਇੱਦਾਂ ਗੜਬੜਾਈ ਕਿਉਂ ਆ? ਹੁਣ ਬੇਸ਼ੱਕ ਇਸ ਮਾਮਲੇ ਦੇ ਉੱਤੇ ਰਾਜਨੀਤੀ ਚੱਲ ਪੈਣੀ ਆ। ਇੱਕ ਧਿਰ ਨੇ ਦੂਜੀ ਧਿਰ ਨੂੰ ਕਹਿਣਾ ਜੀ ਕਿ ਇਹਨਾਂ ਨੇ ਅਰਾਜਕਤਾ ਫੈਲਾ ਦਿੱਤੀ ਹੈ। ਗੱਲ ਅਸਲ ਦੇ ਵਿੱਚ ਇਹ ਹੈ ਵੀ ਜੋ ਕੁਝ ਇਸ ਵਕਤ ਵਰਤਾਰੇ ਦੇ ਰੂਪ ਦੇ ਵਿੱਚ ਅਸੀਂ ਦੇਖ ਰਹੇ ਹਾਂ, ਇਹ ਬੜੀ ਚਿੰਤਾਜਨਕ ਹੈ। ਭਾਵੇਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਹੁੰਦਾ ਸੀ ਇਹ ਕੁਝ, ਹੁਣ ਕਾਂਗਰਸ ਦੀ ਸਰਕਾਰ ਆ ਇਹ ਕੁਝ ਹੁਣ ਵੀ ਹੋ ਰਿਹਾ। ਭਾਵੇਂ ਇਹ ਯੂਥ ਕਾਂਗਰਸ ਦਾ ਪ੍ਰਧਾਨ ਸੀ, ਭਾਵੇਂ ਕਿਸੇ ਹੋਰ ਪਾਰਟੀ ਦਾ ਹੁੰਦਾ, ਭਾਵੇਂ ਕਿਸੇ ਵੀ ਪਾਰਟੀ ਨਾਲ ਨਾ ਜੁੜਿਆ ਹੁੰਦਾ, ਤੇ ਭਾਵੇਂ ਆਮ ਸਧਾਰਨ ਕਿਸਾਨ ਹੁੰਦਾ, ਤੇ ਭਾਵੇਂ ਕੋਈ ਮਜ਼ਦੂਰ ਹੁੰਦਾ, ਭਾਵੇਂ ਰਿਕਸ਼ਾ ਚਾਲਕ ਹੁੰਦਾ, ਇੱਦਾਂ ਬੰਦੇ ਦਾ ਕਤਲ ਕਰ ਦੇਣਾ, ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹਨੂੰ ਮਾਰ ਦੇਣਾ, ਉਹਦੀ ਜਾਨ ਲੈ ਲੈਣੀ, ਇਹ ਇੱਕ ਖੇਡ ਜੀ ਕਿਹੜੀ ਗੱਲੋਂ ਬਣ ਗਈ ਹੈ। ਗੁਰਲਾਲ ਸਿੰਘ ਜੁਬਲੀ ਸਿਨੇਮੇ ਦੇ ਕੋਲ ਇੱਕ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਕਾਰ ਦੇ ਵਿੱਚ ਬੈਠ ਰਿਹਾ ਸੀ। ਦੋ ਜਾਣੇ ਮੋਟਰਸਾਈਕਲ ਦੇ ਉੱਤੇ ਸਵਾਰ ਆਏ। ਇੱਕ ਜਾਣੇ ਨੇ ਆ ਕੇ ਤਾਬੜਤੋੜ ਉਹਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕਰਤਾ। ਉਹਦੇ 8-9 ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਆ। ਹਾਲੇ ਇਸ ਗੱਲ ਦਾ ਵੀ ਨਹੀਂ ਪਤਾ ਵੀ ਕਿਹੜੇ ਕਾਰਨ ਆ, ਕੀ ਸਾਜ਼ਿਸ਼ ਸੀ, ਕਿਹੜੀ ਕਿਹੜ ਸੀ, ਕੀ ਦੁਸ਼ਮਣੀ ਸੀ। ਇਹਦੇ ਬਾਬਤ ਪੁਲਿਸ ਆ ਜਿਹੜੀ ਹੁਣ ਪੜਤਾਲ ਕਰੂਗੀ। ਪਰ ਜਦੋਂ ਉਹ ਵੀਡੀਓ ਦੇਖੀ ਵੀ ਕਿਸ ਤਰੀਕੇ ਨਾਲ ਗੋਲੀਆਂ ਮਾਰ ਕੇ ਦੌੜ ਰਹੇ ਆ ਤਾਂ ਗੱਚ ਭਰ ਆਇਆ ਵੀ ਆਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ। ਇਹ ਕਿਹੜੇ ਲੋਕ ਆ ਜਿਹੜੇ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਕਰ ਰਹੇ ਆ? ਇਹਨਾਂ ਨੂੰ ਕੀ ਮਿਲਦਾ ਹੋਊਗਾ? ਬੰਦਾ ਬੰਦੇ ਨੂੰ ਮਾਰਨ ਲੱਗਾ ਇੱਕ ਸਕਿੰਟ ਹੀ ਕਿਹੜੀ ਗੱਲੋਂ ਲਾਉਂਦਾ? ਮਨ ਦੇ ਵਿੱਚ ਬਹੁਤ ਖਿਆਲ ਆਏ, ਮਨ ਪਸੀਜਿਆ ਗਿਆ ਵੀ ਇੱਦਾਂ ਸਾਡੇ ਪੰਜਾਬ ਦੇ ਵਿੱਚ ਕਿਹੜੀ ਗੱਲੋਂ ਸਾਰਾ ਕੁਝ ਹੋ ਰਿਹਾ। ਇਹ ਬਿਹਾਰ ਦੇ ਵਿੱਚ ਹੋਵੇ ਤਾਂ ਵੀ ਚਿੰਤਾ ਹੋਣੀ ਕੁਦਰਤੀ ਹੈ, ਯੂਪੀ 'ਚ ਹੋਵੇ ਤਾਂ ਵੀ ਮਾੜੀ ਗੱਲ ਹੈ, ਪੰਜਾਬ ਦੇ ਵਿੱਚ ਹੋ ਰਿਹਾ ਤਾਂ ਵੀ ਮਾੜੀ ਗੱਲ ਹੈ। ਇੱਦਾਂ ਹੋਣਾ ਤਾਂ ਨਹੀਂ ਚਾਹੀਦਾ, ਪਰ ਪਤਾ ਨਹੀਂ ਸਾਡੇ ਪੰਜਾਬ ਨੂੰ ਕੀ ਨਜ਼ਰ ਲੱਗੀ ਹੈ, ਪਤਾ ਨਹੀਂ ਸਾਡੇ 'ਚ ਇੰਨੀਆਂ ਦੁਸ਼ਮਣੀਆਂ ਕਿਉਂ ਵੱਧ ਗਈਆਂ ਵੀ ਬੰਦੇ ਨੂੰ ਮਾਰਨਾ ਗਾਜਰ ਮੂਲੀ ਨੂੰ ਵੱਢਣ ਵਰਗਾ ਬਣ ਚੁੱਕਿਆ। ਕੁਝ ਕੁ ਪੈਸਿਆਂ ਦੇ ਲਈ, ਕੁਝ ਕੁ ਸੌਆਂ ਦੇ ਲਈ, ਕੁਝ ਕੁ ਹਜ਼ਾਰਾਂ ਦੇ ਲਈ, ਕੁਝ ਲੱਖ ਦੇ ਲਈ ਬੰਦੇ ਨੂੰ ਮਾਰਨਾ ਇੰਨਾ ਸੌਖਾ ਹੋਇਆ ਪਿਆ ਵੀ ਪੁੱਛੋ ਕੁਝ ਨਾ। ਹੁਣ ਜੇਕਰ ਅੱਗੇ ਵੱਧਦੇ ਹਾਂ ਤਾਂ ਪੂਰੇ ਭਾਰਤ ਦੇ ਵਿੱਚ ਲੰਘੇ ਕੱਲ੍ਹ ਰੇਲ ਰੋਕੋ ਦਾ 4 ਘੰਟੇ ਬਹੁਤ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਹਾਲਾਂਕਿ ਰੇਲ ਵਿਭਾਗ ਦੇ ਵੱਲੋਂ ਇੱਕ ਅਵੱਲੀ ਜਾਣਕਾਰੀ ਦਿੱਤੀ ਗਈ ਹੈ। ਉਹ ਕਹਿੰਦੇ ਜੀ ਬਸ 2-3 ਸੂਬਿਆਂ ਦੇ ਵਿੱਚ ਹੀ ਪ੍ਰਭਾਵ ਸੀਗਾ ਤੇ ਬਾਹਲਾ ਕੋਈ ਪ੍ਰਭਾਵ ਹੈ ਨਹੀਂ ਭਾਰਤ ਭਰ ਦੇ ਵਿੱਚ। ਪਰ ਹੈਰਾਨੀ ਇਸ ਗੱਲ ਦੀ ਹੈ ਵੀ 4 ਸੂਬਿਆਂ ਦੇ ਵਿੱਚ ਹੋਵੇ, 2 ਸੂਬਿਆਂ ਦੇ ਵਿੱਚ ਹੋਵੇ, ਜੇਕਰ ਪੂਰੇ ਭਾਰਤ ਦੇ ਵਿੱਚ 4 ਘੰਟੇ ਰੇਲਾਂ ਹੀ ਨਹੀਂ ਚੱਲੀਆਂ ਤਾਂ ਇਹਦਾ ਮਤਲਬ ਇਹ ਹੈ ਕਿ ਰੇਲਾਂ ਰੋਕੀਆਂ ਗਈਆਂ। ਤੇ ਜੇਕਰ ਰੇਲਾਂ ਰੋਕੀਆਂ ਗਈਆਂ ਇਹਦਾ ਮਤਲਬ ਇਹ ਆ ਵੀ ਰੇਲ ਰੋਕੋ ਸੱਦਾ ਜਿਹੜਾ ਉਹ ਸਫਲ ਰਿਹਾ ਤੇ ਇਸ ਤੋਂ ਇਲਾਵਾ ਗੱਲ ਵੀ ਕੋਈ ਨਹੀਂ। ਸੋ ਕੇਂਦਰ ਦੀ ਸਰਕਾਰ ਬੇਸ਼ੱਕ ਹਰ ਅੰਦੋਲਨ ਨੂੰ, ਹਰ ਪ੍ਰੋਗਰਾਮ ਨੂੰ ਇਹ ਗੱਲ ਕਹਿੰਦੀ ਆ ਵੀ ਇਹ ਤਾਂ ਜ਼ੀਰੋ ਆ। ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਸੀ ਕਿਸਾਨ ਭਾਈਚਾਰੇ ਦੇ ਵੱਲੋਂ। ਉਦੋਂ ਵੀ ਇਹ ਗੱਲ ਕਹੀ ਵੀ ਨਹੀਂ ਇਹ ਤਾਂ ਵੈਸੇ ਹੀ ਆ, ਕੋਈ ਬਾਹਲੀ ਵੱਡੀ ਗੱਲ ਹੈ ਨਹੀਂ। ਹਰਿਆਣਾ ਤੇ ਪੰਜਾਬ ਸੂਬਾ ਹੀ ਆ ਜਿਹੜੇ ਮਾੜਾ ਮੋਟਾ ਕੋਈ ਹੱਲਾ ਗੁੱਲਾ ਕਰ ਰਹੇ ਆ, ਜਿਹੜੇ ਮਾੜੇ ਮੋਟੇ ਪ੍ਰੋਗਰਾਮ ਉਲੀਕਦੇ ਆ। ਸਾਰੇ ਭਾਰਤ ਦੇ ਕਿਸਾਨ ਤਾਂ ਸਾਡੇ ਨਾਲ ਆ। ਸੋ ਕੇਂਦਰ ਦੀ ਸਰਕਾਰ ਦੀਆਂ ਕਾਰਵਾਈਆਂ ਗਤੀਵਿਧੀਆਂ ਸ਼ੱਕ ਦੇ ਵਿੱਚ ਵੀ ਰਹਿਣੀਆਂ ਕੁਦਰਤੀ ਵੀ ਹੈ। ਪਰ ਲੰਘੇ ਕੱਲ੍ਹ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੇ ਹੋਰ ਵੱਖ-ਵੱਖ ਸਥਾਨ ਆ ਜਿਹੜੇ, ਉੱਥੇ ਰੇਲ ਰੋਕੋ ਬੜਾ ਜ਼ਬਰਦਸਤ ਰਿਹਾ। ਰੇਲ ਕੋਈ ਨਹੀਂ ਚੱਲੀਗੀ, ਪਰ ਕਿਸਾਨਾਂ ਦੇ ਵੱਲੋਂ ਕੋਈ ਹੱਲਾ ਗੁੱਲਾ ਨਹੀਂ ਕੀਤਾ ਗਿਆ। ਸ਼ਾਂਤਮਈ ਤਰੀਕੇ ਦੇ ਨਾਲ ਰੇਲਾਂ ਰੋਕੀਆਂ ਗਈਆਂ। ਤੇ ਹੋਰ ਕਮਾਲ ਦੀ ਗੱਲ ਇਹ ਹੈ ਵੀ ਇੰਜਣਾਂ ਦੇ ਉੱਤੇ ਫੁੱਲ ਪਾ ਕੇ
ਉਹਨਾਂ ਨੂੰ ਰੋਕਿਆ ਗਿਆ ਤੇ ਇਹ ਗੱਲ ਕਹੀ ਗਈ ਆ ਕਿ ਅਸੀਂ ਕਿਸੇ ਮੁਸਾਫਰ ਦੇ ਵੈਰੀ ਨਹੀਂ, ਸਾਡਾ ਰੌਲਾ ਸਿਰਫ ਕੇਂਦਰ ਦੀ ਸਰਕਾਰ ਦੇ ਨਾਲ ਆ। ਜਿਹੜੇ ਮੁਸਾਫਰ ਰਾਹ ਦੇ ਵਿੱਚ ਰੁਕ ਗਏ, ਮੰਨ ਲਓ ਰੇਲ ਗੱਡੀ ਦੇ ਵਿੱਚ ਕੋਈ ਬੈਠਾ ਸੀਗਾ ਤੇ ਰਾਹ ਦੇ ਵਿੱਚ ਰੇਲ ਰੋਕਣ ਦੇ ਕਰਕੇ ਤੇ ਉੱਥੇ ਰੇਲ ਗੱਡੀ ਰੁਕ ਗਈ, ਪਹਿਲੀ ਗੱਲ ਤਾਂ ਇਹੋ ਜਿਹਾ ਮੌਕਾ ਬਣਿਆ ਹੀ ਨਹੀਂ। ਪਰ ਇੱਕੜ ਦੁੱਕੜ ਥਾਵਾਂ ਤੋਂ ਖਬਰਾਂ ਆਈਆਂ ਵੀ ਜੇਕਰ ਕੋਈ ਮੁਸਾਫਰ 4 ਘੰਟੇ ਦੇ ਲਈ ਫਸੇ ਆ ਤਾਂ ਉਹਦੇ ਲਈ ਕਿਸਾਨਾਂ ਨੇ ਚਾਹ ਪਾਣੀ ਦਾ ਪ੍ਰਬੰਧ ਕੀਤਾ, ਉਹਨਾਂ ਦੇ ਲਈ ਰੋਟੀ ਟੁੱਕ ਦਾ ਪ੍ਰਬੰਧ ਕੀਤਾ, ਉਹਨਾਂ ਨੇ ਮੁਸਾਫਰਾਂ ਦਾ ਦਿਲ ਜਿੱਤਿਆ, ਨਾ ਕਿ ਕਿਸੇ ਨਾਲ ਵਿਗਾੜੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਪ੍ਰੋਗਰਾਮ ਉਲੀਕੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਨੇ ਗੱਲ ਕਹੀ ਹੈ ਤੇ ਪੂਰੇ ਭਾਰਤ ਦੇ ਵਿੱਚ ਰੇਲ ਰੋਕੋ ਸੱਦੇ ਨੂੰ ਸਫਲ ਬਣਾਉਣ ਦੇ ਲਈ ਇਸ ਗੱਲ ਦੇ ਕਰਕੇ ਧੰਨਵਾਦ ਕੀਤਾ ਸਮੁੱਚੇ ਕਿਰਤੀਆਂ ਦਾ, ਸਮੁੱਚੇ ਭਾਰਤ ਦੇ ਕਿਸਾਨਾਂ ਦਾ, ਬਾਕੀ ਮਿਹਨਤਕਸ਼ ਲੋਕਾਂ ਦਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸਫਲ ਕੀਤਾ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੇ 85ਵੇਂ ਦਿਨ ਵੀਰਵਾਰ ਨੂੰ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ। ਇਸ ਦਾ ਸਭ ਤੋਂ ਵੱਧ ਅਸਰ ਯੂਪੀ, ਪੰਜਾਬ ਤੇ ਹਰਿਆਣਾ ਵਿੱਚ ਦੇਖਿਆ ਗਿਆ। ਇਹਨਾਂ ਸੂਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਟ੍ਰੇਨਾਂ ਦੀ ਆਵਾਜਾਈ ਦੇ ਉੱਤੇ ਵੱਡਾ ਅਸਰ ਪਿਆ। ਦੂਜੇ ਪਾਸੇ ਰਾਜਸਥਾਨ ਦੇ ਵਿੱਚ ਜੈਪੁਰ ਸਮੇਤ 6 ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋਇਆ। ਰਾਹਤ ਦੀ ਗੱਲ ਇਹ ਆ ਕਿ ਸਾਰੀਆਂ ਥਾਵਾਂ ਦੇ ਉੱਤੇ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਕਿਸੇ ਵੀ ਥਾਂ ਦੇ ਉੱਤੇ ਹਿੰਸਾ ਜਾਂ ਭੰਨ ਤੋੜ ਦੀ ਕੋਈ ਖਬਰ ਨਹੀਂ ਆਈ। ਰੇਲਵੇ ਦਾ ਇਹ ਕਹਿਣਾ ਕਿ ਰੇਲਾਂ ਦੀ ਆਵਾਜਾਈ ਦੇ ਉੱਤੇ ਬਹੁਤਾ ਅਸਰ ਨਹੀਂ ਪਿਆ। ਕੁਝ ਇਲਾਕਿਆਂ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੇਲਾਂ ਰੋਕੀਆਂ, ਪਰ ਹੁਣ ਸਾਰੇ ਜ਼ੋਨਾਂ ਦੇ ਵਿੱਚ ਟ੍ਰੇਨਾਂ ਦੀ ਆਵਾਜਾਈ ਨਾਰਮਲ ਹੋ ਗਈ ਹੈ। ਰਾਜਸਥਾਨ ਦੇ ਵਿੱਚ ਜੈਪੁਰ ਦੇ ਗਾਂਧੀ ਨਗਰ ਸਟੇਸ਼ਨ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੇ ਟ੍ਰੇਨ ਰੋਕੀ। ਜਗਤਪੁਰਾ ਸਟੇਸ਼ਨ ਦੇ ਉੱਤੇ ਵੀ ਪ੍ਰਦਰਸ਼ਨ ਕੀਤਾ ਗਿਆ। ਜੈਪੁਰ ਜ਼ਿਲ੍ਹੇ ਦੇ ਵਿੱਚ ਚੌਮੂ ਰੇਲਵੇ ਸਟੇਸ਼ਨ ਦੇ ਉੱਤੇ ਅੰਦੋਲਨਕਾਰੀ ਪਟੜੀਆਂ ਦੇ ਉੱਤੇ ਬੈਠ ਗਏ। ਅਲਵਰ ਦੇ ਵਿੱਚ ਵੀ ਰੇਲਾਂ ਰੋਕੀਆਂ ਗਈਆਂ ਤੇ ਸੂਬੇ ਦੇ ਵਿੱਚ 6 ਥਾਵਾਂ ਦੇ ਉੱਤੇ ਰੇਲ ਰੋਕੋ ਪ੍ਰਦਰਸ਼ਨ ਦਾ ਅਸਰ ਵੇਖਿਆ ਗਿਆ। ਇਸ ਤੋਂ ਇਲਾਵਾ ਹਰਿਆਣੇ ਦੀ ਜੇਕਰ ਗੱਲ ਕਰਦੇ ਹਾਂ ਤਾਂ ਪਾਣੀਪਤ ਦੇ ਵਿੱਚ TDI ਸਿਟੀ ਦੇ ਕੋਲ ਪੁਲ ਦੇ ਥੱਲੇ ਟਰੈਕ ਦੇ ਉੱਤੇ ਟ੍ਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਕਿਸਾਨ ਪਟੜੀਆਂ ਦੇ ਉੱਤੇ ਬੈਠ ਗਏ। ਤਕਰੀਬਨ 12:30 ਵਜੇ ਪਹੁੰਚੀ ਬਾਂਦਰਾ ਅੰਮ੍ਰਿਤਸਰ ਪੱਛਮੀ ਐਕਸਪ੍ਰੈਸ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕ ਦਿੱਤਾ। ਇਸ ਤੋਂ ਪਹਿਲਾਂ ਬਠਿੰਡਾ ਐਕਸਪ੍ਰੈਸ 1.5 ਘੰਟਾ ਲੇਟ ਆਈ ਸੀ ਤੇ ਮੁਸਾਫਰਾਂ ਨੂੰ ਲੈਣ ਦੇ ਲਈ ਸਿਰਫ 2 ਮਿੰਟ ਹੀ ਰੁਕੀ। ਹਰਿਆਣਾ ਦੇ ਵਿੱਚ ਤਕਰੀਬਨ 80 ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋਇਆ। ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਰੇਲਾਂ ਰੋਕੀਆਂ। ਪਟਿਆਲੇ ਦੇ ਵਿੱਚ ਨਾਭਾ, ਸੰਗਰੂਰ ਦੇ ਵਿੱਚ ਸੁਨਾਮ, ਮਾਨਸਾ, ਬਰਨਾਲਾ, ਬਠਿੰਡਾ ਦੇ ਵਿੱਚ ਰਾਮਪੁਰਾ, ਮੰਡੀ ਸੰਗਤ ਤੇ ਗੋਨਿਆਣਾ, ਫਰੀਦਕੋਟ ਦੇ ਵਿੱਚ ਕੋਟਕਪੂਰਾ, ਮੁਕਤਸਰ ਦੇ ਵਿੱਚ ਗਿੱਦੜਬਾਹਾ, ਫਾਜ਼ਿਲਕਾ ਦੇ ਵਿੱਚ ਅਬੋਹਰ ਤੇ ਜਲਾਲਾਬਾਦ, ਮੋਗਾ ਦੇ ਵਿੱਚ ਅਜੀਤਵਾਲ, ਜਲੰਧਰ, ਤਰਨਤਾਰਨ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਰੇਲਾਂ ਰੋਕੀਆਂ ਗਈਆਂ ਨੇ। ਇਸ ਤੋਂ ਇਲਾਵਾ ਯੂਪੀ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ। ਕਹਿਣ ਦਾ ਭਾਵ ਇਹ ਹੈ ਕਿ ਲੰਘੇ ਕੱਲ੍ਹ ਰੇਲ ਰੋਕੋ ਸੱਦਾ ਪੂਰੀ ਤਰ੍ਹਾਂ ਸਫਲ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ 4 ਘੰਟੇ ਦੇ ਲਈ ਰੇਲਾਂ ਰੋਕਣ ਦਾ ਮਕਸਦ ਇਹ ਸੀ ਕਿ ਕੇਂਦਰ ਦੀ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਜੇਕਰ ਹੁਣ ਅਸੀਂ 4 ਘੰਟੇ ਦੇ ਲਈ ਰੇਲਾਂ ਰੋਕ ਸਕਦੇ ਹਾਂ ਤਾਂ ਫਿਰ ਅਸੀਂ 4 ਦਿਨ ਵਾਸਤੇ ਵੀ ਰੋਕ ਸਕਦੇ ਹਾਂ। ਜੇਕਰ ਤੁਸੀਂ ਨਾ ਮੰਨੇ, ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਫਿਰ ਅਸੀਂ 4 ਹਫ਼ਤੇ ਲਈ ਵੀ ਰੋਕ ਸਕਦੇ ਹਾਂ। ਸਾਡੇ 'ਚ ਇਹ ਵੀ ਸਮਰੱਥਾ ਹੈਗੀ ਹੈ ਕਿ ਅਸੀਂ 4 ਮਹੀਨੇ ਵਾਸਤੇ ਵੀ ਰੋਕ ਦੇਈਏ, ਜਿਵੇਂ ਕਿ ਪੰਜਾਬ ਦੇ ਵਿੱਚ ਲੰਮਾ ਸਮਾਂ ਕਿਸੇ ਰੇਲ ਦੇ ਆਉਣ ਜਾਣ ਦੇ ਉੱਤੇ ਪਾਬੰਦੀ ਸੀਗੀ। ਸੋ ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਕਿੰਨਾ ਕੁ ਜਾਗਦੀ ਹੈ ਸਰਕਾਰ, ਇਹ ਤਾਂ ਕੁਝ ਕਹਿ ਨਹੀਂ ਸਕਦੇ, ਪਰ ਕਿਸਾਨਾਂ ਦੇ ਅੰਦਰ ਊਰਜਾ ਇਸ ਵਕਤ ਪੂਰੀ ਹੈ। ਕਿਸਾਨ ਇਸ ਵਕਤ ਪੂਰੇ ਉਤਸ਼ਾਹ ਦੇ ਵਿੱਚ ਹੈ। ਕਿਸਾਨ ਠੰਡੇ ਨਹੀਂ ਪਏ। ਵੱਡੀ ਗੱਲ ਇਹ ਆ ਵੀ ਕੇਂਦਰ ਦੀ ਸਰਕਾਰ ਇਹ ਸੋਚ ਰਹੀ ਹੈ ਸ਼ਾਇਦ ਵੀ 85 ਦਿਨ ਹੋ ਗਏ ਆ, 100 ਦਿਨ ਪੂਰਾ ਹੋਣ ਦੇ ਵਿੱਚ 15 ਦਿਨ ਬਾਕੀ ਆ। ਹੁਣ ਅੱਜ 86ਵਾਂ ਦਿਨ ਚੱਲ ਰਿਹਾ ਇਸ ਪ੍ਰਦਰਸ਼ਨ ਦਾ, ਅੰਦੋਲਨ ਦਾ। ਕੇਂਦਰ ਦੀ ਸਰਕਾਰ ਸੋਚਦੀ ਹੈ ਕਿ ਗਰਮੀ ਸ਼ੁਰੂ ਹੋ ਚੁੱਕੀ ਹੈ, ਵਾਢੀਆਂ ਦਾ ਕੰਮ ਥੋੜ੍ਹੀ ਕੁ ਦੇਰ ਬਾਅਦ ਸ਼ੁਰੂ ਹੋ ਜਾਣਾ। ਪੰਜਾਬ ਤੇ ਹਰਿਆਣੇ ਦੇ ਕਿਸਾਨ ਆ ਜਿਹੜੇ ਉਹਨਾਂ ਨੇ ਵਾਪਸ ਮੁੜ ਜਾਣਾ, ਪਰ ਇੱਦਾਂ ਦੀ ਗੱਲ ਨਹੀਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ। ਸੰਯੁਕਤ ਕਿਸਾਨ ਮੋਰਚੇ ਦਾ ਇਹ ਵੀ ਕਹਿਣਾ ਕਿ ਅਸੀਂ ਵਾਰੀਆਂ ਬੰਨ੍ਹ ਲਈਆਂ, ਅਸੀਂ ਪ੍ਰੋਗਰਾਮ ਉਹੋ ਜਿਹੇ ਉਲੀਕ ਲਏ ਆ ਵੀ ਇੱਥੇ ਵੀ ਪੂਰਾ ਇਕੱਠ ਰਵੇ ਤੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਬਾਕੀ ਸੂਬਿਆਂ ਦੇ ਵਿੱਚ ਫਸਲਵਾੜੀ ਵੀ ਪ੍ਰਭਾਵਿਤ ਨਾ ਹੋਵੇ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਝੁਕਣਾ ਹੀ ਪੈਣਾ ਕਿਸਾਨ ਆਗੂਆਂ ਦੇ ਕਹਿਣ ਦੇ ਮੁਤਾਬਕ। ਹੁਣ ਸਰਕਾਰ ਝੁਕਦੀ ਆ ਕਿ ਨਹੀਂ ਝੁਕਦੀ, ਕੀ ਬਣੂਗਾ ਇਹ ਤਾਂ ਕੁਝ ਕਹਿ ਨਹੀਂ ਸਕਦੇ, ਭਵਿੱਖਬਾਣੀ ਕਰ ਨਹੀਂ ਸਕਦੇ। ਪਰ ਦੇਸ਼ ਦੁਨੀਆ ਦੇ ਵਿੱਚ ਵਸਦੇ ਲੋਕ ਆ ਜਿਹੜੇ, ਉਹ ਹਰ ਰੋਜ਼ ਹਰ ਥਾਂ ਤੋਂ ਇਹੀ ਸੂਚਨਾ, ਇਹੀ ਜਾਣਕਾਰੀ ਪ੍ਰਾਪਤ ਕਰਨ ਦੇ ਇੱਛੁਕ ਹੁੰਦੇ ਆ ਵੀ ਇਸ ਅੰਦੋਲਨ ਦਾ ਸਿੱਟਾ ਕੀ ਨਿਕਲੂਗਾ, ਕੀ ਆਉਂਦੇ ਸਮੇਂ ਦੇ ਵਿੱਚ ਬਣ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੋਣ, ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਹਾਲੇ ਤੱਕ ਹੁੰਗਾਰਾ ਕੋਈ ਨਹੀਂ ਭਰਿਆ ਜਾ ਰਿਹਾ। ਕੇਂਦਰ ਦੇ ਮੰਤਰੀ ਆਪਸ ਦੇ ਵਿੱਚ ਤਾਂ ਮੀਟਿੰਗ ਕਰ ਰਹੇ ਆ, ਯੂਪੀ ਦੇ, ਰਾਜਸਥਾਨ ਦੇ, ਹਰਿਆਣੇ ਦੇ ਜਾਟ ਆਗੂਆਂ ਦੇ ਨਾਲ ਤਾਂ ਮੀਟਿੰਗ ਕਰ ਰਹੇ ਆ, ਜਿਨ੍ਹਾਂ ਨੇ ਕਿਹਾ ਵੀ ਸਾਡੇ ਨਾਲ ਮੀਟਿੰਗ ਕਰੋ। ਸੰਯੁਕਤ ਕਿਸਾਨ ਮੋਰਚੇ ਨੇ, ਉਹਨਾਂ ਨਾਲ ਮੀਟਿੰਗ ਨਹੀਂ ਹੁੰਦੀ। ਤੇ ਇਸ ਅੰਦੋਲਨ ਨੂੰ ਕਿਵੇਂ ਖਤਮ ਕੀਤਾ ਜਾਵੇ, ਕਿਵੇਂ ਇਹਨੂੰ ਤਾਰ ਪੀੜੋ ਕੀਤਾ ਜਾਵੇ, ਕੇਂਦਰ ਦੇ ਮੰਤਰੀ ਆਪਸ ਦੇ ਵਿੱਚ ਤੇ ਕੁਝ ਜਾਟ ਆਗੂਆਂ ਨੂੰ ਨਾਲ ਲੈ ਕੇ ਮੀਟਿੰਗਾਂ ਕਰ ਰਹੇ ਆ। ਸ਼ਾਇਦ ਕੇਂਦਰ ਨੂੰ ਇਹ ਜਾਪਦਾ ਹੈ ਵੀ ਜੇਕਰ ਇਹ ਅੰਦੋਲਨ ਹੋਰ ਥਾਵਾਂ ਦੇ ਉੱਤੇ ਵੀ ਭਖ ਗਿਆ
ਤੇ ਰਾਜਨੀਤੀ ਦੇ ਉੱਤੇ ਡੂੰਘਾ ਅਸਰ ਪਾਇਆ ਤਾਂ ਸਾਨੂੰ ਲੈਣੇ ਦੇ ਦੇਣੇ ਪੈ ਸਕਦੇ ਆ। ਪਰ ਸਿੱਧੇ ਤੌਰ ਦੇ ਉੱਤੇ ਕਿਸਾਨ ਆਗੂਆਂ ਦੀ ਮੰਗ ਮੰਨ ਕੇ ਰਾਜੀ ਨਹੀਂ ਕੇਂਦਰ ਦੀ ਸਰਕਾਰ ਹਾਲ ਦੀ ਘੜੀ। ਲੰਘੇ ਕੱਲ੍ਹ ਹਰਿਆਣੇ ਦੇ ਹਿਸਾਰ ਖੇਤਰ ਦੇ ਵਿੱਚ ਇੱਕ ਮਹਾਂ ਪੰਚਾਇਤ ਹੋਈ ਹੈ। ਪੰਜਾਬ ਦੇ ਵਿੱਚ ਮਹਾਂ ਪੰਚਾਇਤਾਂ ਬੰਦ ਹੋ ਚੁੱਕੀਆਂ। ਇੱਕੋ ਮਹਾਂ ਪੰਚਾਇਤ ਹੋਈ ਸੀਗੀ ਜਗਰਾਓਂ ਦੀ ਦਾਣਾ ਮੰਡੀ ਦੇ ਵਿੱਚ, ਭਰਵਾਂ ਇਕੱਠ ਸੀ। ਅਗਲੀ ਮਹਾਂ ਪੰਚਾਇਤ ਮਾਨਸਾ ਦੇ ਵਿੱਚ ਹੋਣੀ ਸੀ। ਰੁਲਦੂ ਸਿੰਘ ਮਾਨਸਾ ਤੇ ਬਾਕੀ ਕਿਸਾਨਾਂ ਨੇ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਸੀ, ਪਰ ਮੌਕੇ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਕਿ ਇਹਦੇ ਵਿੱਚ ਰਾਜਨੀਤਿਕ ਲੋਕਾਂ ਦੀ ਘੁਸਪੈਠ ਹੁੰਦੀ ਜਾ ਰਹੀ ਹੈ। ਸੋ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਪਰੇ ਰੱਖਣਾ ਵੀ ਬੜਾ ਜ਼ਰੂਰੀ ਹੈ। ਤੇ ਜਦੋਂ ਕਿਸਾਨਾਂ ਦੇ ਵੱਲੋਂ ਇਸ ਵਕਤ ਪੂਰੇ ਪ੍ਰੋਗਰਾਮ ਮਿੱਥੇ ਗਏ ਆ, ਕਿਉਂਕਿ ਅਸੀਂ ਟੋਲ ਪਲਾਜ਼ਿਆਂ ਦੇ ਉੱਤੇ ਵੀ ਬੈਠੇ ਹਾਂ, ਅਸੀਂ ਇਸ ਵਕਤ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮੂਹਰੇ ਵੀ ਬੈਠੇ ਹਾਂ, ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਆ, ਤਾਂ ਮਹਾਂ ਪੰਚਾਇਤਾਂ ਦੀ ਲੋੜ ਨਹੀਂ। ਸੋ ਪੰਜਾਬ ਦੇ ਵਿੱਚ ਹਾਲ ਦੀ ਘੜੀ ਕੋਈ ਸੂਚਨਾ ਇਹੋ ਜਿਹੀ ਨਹੀਂ ਕਿ ਮਹਾਂ ਪੰਚਾਇਤ ਆਉਂਦੇ ਸਮੇਂ 'ਚ ਹੋਣੀ ਆ। ਪਰ ਜਿਹੜੀ ਹਿਸਾਰ ਦੇ ਵਿੱਚ ਲੰਘੇ ਕੱਲ੍ਹ ਮਹਾਂ ਪੰਚਾਇਤ ਹੋਈ ਆ, ਇਹਦੇ ਵਿੱਚ ਰਾਕੇਸ਼ ਟਕੈਤ ਨੇ ਕਈ ਨਵੀਆਂ ਗੱਲਾਂ ਕਹੀਆਂ। ਇਹਦੇ ਵਿੱਚ ਟਕੈਤ ਹੋਰਾਂ ਨੇ ਇਹ ਵੀ ਗੱਲ ਕਹੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਪੂਰੀ ਦੀ ਪੂਰੇ ਤਿਆਰ ਰਹਿਣ। 40 ਲੱਖ ਟਰੈਕਟਰ ਲੈ ਕੇ ਆਪਾਂ ਦਿੱਲੀ ਦੇ ਵਿੱਚ ਵੜਨਾ। ਜਿਹੜੇ ਟਰੈਕਟਰ ਆ ਉਹਦੇ ਵਿੱਚ ਤੇਲ ਪਾਣੀ ਆਪਦਾ ਪੂਰਾ ਰੱਖੋ, ਪੂਰੀ ਤਿਆਰੀ ਖਿੱਚ ਕੇ ਰੱਖੋ। ਕੇਂਦਰ ਦੀ ਸਰਕਾਰ ਦਾ ਰਵੱਈਆ ਜਿਹੜਾ ਜੋ ਅੜੀ ਆ ਉਹਨਾਂ ਦੀ ਇਹ ਭੰਨਣ ਵਾਸਤੇ ਆਪਾਂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਰਹਿਣਾ। ਕਿਸੇ ਵੀ ਵੇਲੇ ਦਿੱਲੀ ਦੇ ਵੱਲ ਕੂਚ ਕਰਨਾ ਪੈ ਸਕਦਾ। ਆਪਾਂ ਇਹ ਵੀ ਜਾਣਦੇ ਹਾਂ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿੰਨੇ ਵੱਡੇ ਬੈਰੀਕੇਡ ਲਾਏ ਹੋਏ ਆ, ਕਿੰਨੇ ਵੱਡੇ ਪੱਧਰ ਦੇ ਉੱਤੇ ਕੰਡਿਆਲੀਆਂ ਤਾਰਾਂ ਵਿਛਾਈਆਂ ਹੋਈਆਂ, ਕਿਵੇਂ ਕਿੱਲਾਂ ਵੀ ਲਾਈਆਂ ਗਈਆਂ ਸੀ, ਕਿਵੇਂ ਟੋਏ ਪੱਟੇ ਹੋਏ ਆ, ਕਿਵੇਂ ਟਿੱਪਰ ਆ ਜਿਹੜੇ ਸੜਕਾਂ ਦੇ ਵਿਚਾਲੇ ਖੜੇ ਕੀਤੇ ਹੋਏ ਆ। ਪਰ ਇਸ ਦੇ ਬਾਵਜੂਦ ਜੇਕਰ ਕਿਸਾਨ ਦਿੱਲੀ ਦੇ ਵੱਲ ਜਾਂਦੇ ਆ ਤਾਂ ਆਉਂਦੇ ਸਮੇਂ ਦੇ ਵਿੱਚ ਇੱਕ ਵੱਡਾ ਧਮਾਕਾ ਜ਼ਰੂਰ ਹੋ ਸਕਦਾ। ਇਹ ਕੇਂਦਰ ਦੀ ਸਰਕਾਰ ਦੇ ਖਿਲਾਫ ਵੀ ਗੱਲ ਜਾ ਸਕਦੀ ਹੈ। ਆਉਂਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ। ਪਰ ਜਿਸ ਤਰੀਕੇ ਦੇ ਨਾਲ ਟਕੈਤ ਹੋਰਾਂ ਨੇ ਭਾਰਤ ਭਰ ਦੇ ਕਿਸਾਨਾਂ ਨੂੰ ਇਹ ਗੱਲ ਕਹੀ ਹੈ ਵੀ ਤਿਆਰੀ ਖਿੱਚ ਕੇ ਰੱਖੋ ਤੇ ਆਉਂਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ, ਜਾਣਾ ਪੈ ਸਕਦਾ ਆਪਾਂ ਨੂੰ ਦਿੱਲੀ ਦੇ ਵੱਲ 40 ਲੱਖ ਟਰੈਕਟਰਾਂ ਦੇ ਨਾਲ। ਇਸ ਕਰਕੇ ਤੁਸੀਂ ਹੌਸਲਾ ਨਾ ਹਾਰੋ, ਆਪਾਂ ਧਾਵਾ ਬੋਲਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹਿਸਾਰ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਨੇ ਮਹਾਂ ਪੰਚਾਇਤ ਕੀਤੀ ਹੈ ਤੇ ਟਕੈਤ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨ 2 ਮਹੀਨਿਆਂ ਦੇ ਵਿੱਚ ਫਸਲ ਦੀ ਵਾਢੀ ਕਰਕੇ ਘਰ ਵਾਪਸ ਚਲੇ ਜਾਣਗੇ। ਜੇ ਸਰਕਾਰ ਨੇ ਜ਼ਿਆਦਾ ਉਲਟ ਬੋਲਿਆ ਤਾਂ ਕਿਸਾਨ ਸਹੁੰ ਖਾ ਲੈਣਗੇ ਕਿ ਅਸੀਂ ਆਪਦੀਆਂ ਖੜੀਆਂ ਫਸਲਾਂ ਨੂੰ ਅੱਗ ਲਾ ਦੇਵਾਂਗੇ, ਪਰ ਕਿਸੇ ਨੂੰ ਅਸੀਂ ਇੱਕ ਦਾਣਾ ਵੀ ਨਹੀਂ ਵੇਚਣਾ। ਜੇਕਰ ਤੁਸੀਂ ਇੱਕ ਫਸਲ ਬਲੀ ਚੜਾਉਂਦੇ ਹੋ ਤਾਂ ਫਿਰ ਵੀ 20 ਸਾਲ ਤੱਕ ਕਿਸਾਨ ਜਿਉਂਦਾ ਰਹੇਗਾ। ਉਹਨਾਂ ਨੇ ਕਿਹਾ ਕਿ ਕਿਸਾਨ ਸਿਰਫ ਆਪਣੇ ਘਰ ਦੇ ਵਾਸਤੇ ਅੰਨ ਰੱਖੇਗਾ, ਇੱਕ ਦਾਣਾ ਵੀ ਘਰੋਂ ਬਾਹਰ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਟਕੈਤ ਨੇ ਕਿਹਾ ਕਿ ਆਪਣੀਆਂ ਫਸਲਾਂ ਤੇ ਪਰਿਵਾਰ ਦਾ ਖਿਆਲ ਰੱਖੋ ਤੇ ਆਪਣੇ ਟਰੈਕਟਰਾਂ ਦੇ ਵਿੱਚ ਤੇਲ ਪਾ ਕੇ ਰੱਖੋ। ਕੋਈ ਪਤਾ ਨਹੀਂ ਕਦੋਂ ਦਿੱਲੀ ਜਾਣਾ ਪੈ ਜਾਵੇ। ਘਰ ਵਾਪਸੀ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ। ਅਸੀਂ ਫਸਲਾਂ ਵੀ ਵੱਢਾਂਗੇ ਤੇ ਅੰਦੋਲਨ ਵੀ ਜਾਰੀ ਰਹੇਗਾ। ਰਾਕੇਸ਼ ਟਕੈਤ ਨੇ ਕਿਹਾ ਸਾਡਾ ਅਗਲਾ ਟੀਚਾ 40 ਲੱਖ ਟਰੈਕਟਰਾਂ ਦਾ ਹੈ ਤੇ ਇਹ ਕਿਸਾਨ ਫਿਰ ਤੋਂ ਦਿੱਲੀ ਜਾਣਗੇ ਤੇ ਇਹ ਇੱਕ ਨਵੀਂ ਕ੍ਰਾਂਤੀ ਹੋਵੇਗੀ। ਉਹਨਾਂ ਨੇ ਕਿਹਾ ਕਿ ਫਸਲਾਂ ਦੇ ਫੈਸਲੇ ਕਿਸਾਨ ਹੀ ਕਰਨਗੇ। ਟਕੈਤ ਨੇ ਕਿਹਾ ਕਿ ਜਾਤ ਪਾਤ ਦੀ ਇੱਥੇ ਕੋਈ ਚੀਜ਼ ਨਹੀਂ ਹੈ। ਪੰਜਾਬ, ਹਰਿਆਣਾ, ਯੂਪੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਆਉਣਾ ਜਾਣਾ ਜਾਰੀ ਰੱਖੋ। ਉਹਨਾਂ ਨੇ ਕਿਹਾ ਕਿ ਜੇ ਕੋਈ ਕਰਮਚਾਰੀ ਕੋਈ ਪੋਸਟ ਪਾਉਂਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ। ਉਹਨਾਂ ਲਈ ਵੀ ਲੜਾਈ ਲੜੀ ਜਾਵੇਗੀ। ਉਹਨਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਤੋਂ ਲੰਮੀ ਡਿਊਟੀ ਲਈ ਜਾਂਦੀ ਹੈ ਤੇ ਤਨਖਾਹ ਉਹਨਾਂ ਦੀ ਨਾਮਾਤਰ ਹੈ। ਉਹਨਾਂ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਕਰਮਚਾਰੀਆਂ ਦੀ ਪੈਨਸ਼ਨ ਖਤਮ ਹੋ ਰਹੀ ਹੈ, ਜਦਕਿ ਸਿਆਸੀ ਨੇਤਾ ਦੀ ਪੈਨਸ਼ਨ ਖਤਮ ਨਹੀਂ ਹੁੰਦੀ। ਜੇ ਤੁਸੀਂ ਕਰਮਚਾਰੀਆਂ ਦੀ ਪੈਨਸ਼ਨ ਖਤਮ ਕਰ ਰਹੇ ਹੋ ਤਾਂ ਨੇਤਾਵਾਂ ਦੀ ਪੈਨਸ਼ਨ ਵੀ ਖਤਮ ਕਰੋ। ਟਕੈਤ ਨੇ ਕਿਹਾ ਕਿ 22 ਫਰਵਰੀ ਤੋਂ ਮੈਂ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਮਹਾਂ ਪੰਚਾਇਤਾਂ ਵਾਸਤੇ ਜਾਵਾਂਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਕੇਸ਼ ਟਕੈਤ ਹੋਰਾਂ ਦੇ ਵੱਲੋਂ ਮਹਾਰਾਸ਼ਟਰ ਦੇ ਵਿੱਚ 20 ਫਰਵਰੀ ਨੂੰ ਮਹਾਂ ਪੰਚਾਇਤ ਕੀਤੀ ਜਾਣੀ ਸੀ, ਪਰ ਪਤਾ ਲੱਗਾ ਕਿ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਮਹਾਂ ਪੰਚਾਇਤ ਦੀ ਆਗਿਆ ਦੇਣ ਤੋਂ, ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਗੱਲ ਕਹੀ ਗਈ ਹੈ ਸੰਬੰਧਿਤ ਪ੍ਰਸ਼ਾਸਨ ਦੇ ਵੱਲੋਂ ਕਿ ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰੋਨਾ ਮਹਾਮਾਰੀ ਲਗਾਤਾਰ ਵੱਧ ਰਹੀ ਹੈ। ਹੁਣ ਕੁਝ ਥਾਵਾਂ ਦੇ ਉੱਤੇ ਖਾਸ ਕਰਕੇ 2 ਜ਼ਿਲ੍ਹਿਆਂ ਦੇ ਵਿੱਚ ਪਤਾ ਲੱਗਾ ਵੀ ਰਾਤ ਦਾ ਕਰਫਿਊ ਵੀ ਸ਼ੁਰੂ ਕਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਵੀ ਕੁਝ ਕੁ ਦਿਨਾਂ ਵਾਸਤੇ ਲੋਕਡਾਊਨ ਵੀ 2-3 ਜ਼ਿਲ੍ਹਿਆਂ ਦੇ ਵਿੱਚ ਕਰਨ ਦੀ ਤਿਆਰੀ ਕੀਤੀ ਗਈ ਹੈ। ਇਸ ਕਰਕੇ 20 ਤਰੀਕ ਦੀ ਮਹਾਂ ਪੰਚਾਇਤ ਦੀ ਆਗਿਆ ਮਹਾਰਾਸ਼ਟਰ ਦੇ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਗਈ। ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਕਿ ਇਸ ਵਕਤ ਟਕੈਤ ਹੋਰਾਂ ਦਾ ਇਹ ਕਹਿਣਾ ਕਿ 40 ਲੱਖ ਟਰੈਕਟਰਾਂ ਦੇ ਨਾਲ ਦਿੱਲੀ ਦੇ ਉੱਤੇ ਧਾਵਾ ਬੋਲਾਂਗੇ। ਤੇਲ ਪਾਣੀ ਆਪਦਾ ਫੁੱਲ ਰੱਖੋ, ਟਰੈਕਟਰਾਂ ਦੀ ਪੂਰੀ ਤਿਆਰੀ ਖਿੱਚ ਕੇ ਰੱਖੋ। ਇਹ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਹੋਰ ਕਿਸਾਨ ਆਗੂ ਦੇ ਵੱਲੋਂ ਇਹ ਗੱਲ ਨਹੀਂ ਕਹੀ ਗਈ, ਪਰ ਗੱਲ ਇਹ ਹੈ ਵੀ ਟਕੈਤ ਵੀ ਤਾਂ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਆ, ਕਿਸਾਨ ਆਗੂਆਂ ਦੇ ਵਿੱਚੋਂ। ਉਹਨਾਂ ਦੀ ਇਹ ਗੱਲ ਬੜੀ ਵੱਡੀ ਹੈ ਤੇ ਬੜੀ ਮਹੱਤਵਪੂਰਨ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਸਾਨ ਆ ਜਿਹੜੇ ਉਹ ਹੋਰ ਊਰਜਾ ਦੇ ਨਾਲ,
ਉਹ ਹੋਰ ਅਗਰੈਸਿਵ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਇਸ ਅੰਦੋਲਨ ਨੂੰ ਭਖਾਉਣਗੇ, ਕਿਉਂਕਿ ਇਹ ਜਾਪ ਰਿਹਾ ਹਾਲ ਦੀ ਘੜੀ ਕਿ ਇਹ ਅੰਦੋਲਨ ਠੰਡਾ ਪੈ ਗਿਆ। ਹੁਣ ਨੌਜਵਾਨ ਵਰਗ ਵੀ ਤੇ ਕਿਸਾਨ ਆ ਜਿਹੜੇ ਉਹ ਇਹ ਚਾਹੁੰਦੇ ਆ ਜੀ ਕਿ ਆਪਾਂ ਬੈਠ ਕੇ ਕਿੰਨਾ ਕੁ ਚਿਰ ਸਾਰਾਂਗੇ। ਜਾਂ ਤਾਂ ਕੋਈ ਪ੍ਰੋਗਰਾਮ ਉਲੀਕਿਆ ਜਾਵੇ, ਭਾਵੇਂ ਉਹ ਸ਼ਾਂਤਮਈ ਹੋਣਾ ਚਾਹੀਦਾ, ਪਰ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਉਲੀਕਣਾ ਚਾਹੀਦਾ ਜਿਹਦੇ ਕਰਕੇ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣੇ। ਤੇ ਜੇਕਰ ਆਪਾਂ ਇੱਥੇ ਬੈਠੇ ਰਹੇ, ਆਪਣੀਆਂ ਪਕਾਈਆਂ ਤੇ ਸੰਗਤ ਨੂੰ ਹੋਰ ਨੂੰ ਖਵਾਈਆਂ, ਲੰਗਰ ਲਾਏ ਤੇ ਆਪਾਂ ਇੱਥੇ ਭਾਸ਼ਣ ਸੁਣੇ, ਤੇ ਇਹਦੇ ਨਾਲ ਕਿੰਨਾ ਕੁ ਮਸਲਾ ਹੱਲ ਹੋਊਗਾ। ਸੋ ਇਸ ਕਰਕੇ ਕਿਸਾਨ ਆਗੂਆਂ ਦੇ ਉੱਤੇ ਦਬਾਅ ਵੀ ਇਸ ਗੱਲ ਦਾ, ਬਾਕੀ ਸਾਰੇ ਭਾਰਤ ਦੇ ਕਿਸਾਨਾਂ ਦਾ, ਖਾਸ ਕਰਕੇ 4 ਸੂਬਿਆਂ ਦੇ ਕਿਸਾਨਾਂ ਦਾ, ਕਿ ਕੋਈ ਨਾ ਕੋਈ ਨਵਾਂ ਵੱਡਾ ਪ੍ਰੋਗਰਾਮ ਉਲੀਕਣਾ ਚਾਹੀਦਾ ਜਿਹਦੇ ਕਰਕੇ ਕੇਂਦਰ ਦੀ ਸਰਕਾਰ ਨੂੰ ਘੇਰਾ ਪੈ ਸਕੇ। ਹੁਣ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਦਿੱਲੀ ਵੱਲ ਚੜ੍ਹਾਈ ਕਰਨਗੇ ਕਿ ਨਹੀਂ? ਜੇ ਦਿੱਲੀ ਵੱਲ ਜਾਂਦੇ ਆ ਤਾਂ ਮਾਹੌਲ ਕੀ ਬਣਦਾ? ਕੀ ਆਉਂਦੇ ਦਿਨਾਂ ਦੇ ਵਿੱਚ ਕੋਈ ਨਵਾਂ ਇੱਦਾਂ ਦਾ ਪ੍ਰੋਗਰਾਮ ਉਲੀਕਿਆ ਜਾਊਗਾ? ਕੀ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਕਬੂਲ ਕਰੂਗੀ? ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ। ਬੀਜੇਪੀ ਦੇ ਵੱਲੋਂ ਬੇਸ਼ੱਕ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਕੋਈ ਬਹੁਤਾ ਫਰਕ ਨਹੀਂ ਜੇ ਪੈਣ ਲੱਗਾ, ਪਰ ਕੱਲ ਕਮਾਲ ਦੀ ਇੱਕ ਗੱਲ ਹੋਈ ਆ। ਪੀ ਚਿਦੰਬਰਮ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਨਾ ਮਾਰਿਆ। ਉਹ ਕਹਿੰਦੇ ਜੀ ਕਿ ਤੁਸੀਂ ਕਹਿੰਦੇ ਆ ਕਿ ਅੰਦੋਲਨ ਅਦਾਲਤ ਦਾ ਕੋਈ ਬੜਾ ਵੱਡਾ ਅਸਰ ਹੈ ਨਹੀਂਗਾ, ਇਹ ਤਾਂ ਜੀ ਬਸ ਕੁਝ ਕੁ ਗੁੰਮਰਾਹ ਹੋਏ ਲੋਕ ਆ ਜਿਹੜੇ ਬੈਠੇ ਹੋਏ ਆ ਇਸ ਵਕਤ ਧਰਨਿਆਂ ਦੇ ਉੱਤੇ, ਪ੍ਰਦਰਸ਼ਨਾਂ ਦੇ ਉੱਤੇ। ਆ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋਈਆਂ, ਜਿਹਦੇ ਵਿੱਚ ਬੀਜੇਪੀ ਦਾ ਸੁਪੜਾ ਸਾਫ਼ ਹੋ ਗਿਆ। ਹੁਣ ਤਾਂ ਤੁਹਾਨੂੰ ਮਾੜਾ ਮੋਟਾ ਚੱਲਣ ਹੋਇਆ ਕਿ ਹਾਲੇ ਵੀ ਚੱਲਣ ਨਹੀਂ ਹੋਇਆ। ਉਹਨਾਂ ਨੇ ਇੱਕ ਤਰੀਕੇ ਦਾ ਉਹਨਾਂ ਨੂੰ ਤਾਨਾ ਵੀ ਮਾਰਿਆ, ਉਹਨਾਂ ਨੇ ਇੱਕ ਤਰੀਕੇ ਦਾ ਵਿਅੰਗ ਵੀ ਕੀਤਾ ਵੀ ਭਾਈ ਹੁਣ ਵੀ ਤੁਹਾਨੂੰ ਪਤਾ ਲੱਗਾ ਕਿ ਨਹੀਂ, ਹੋਸ਼ ਟਿਕਾਣੇ ਆਈ ਕਿ ਨਹੀਂ। ਪਰ ਬੀਜੇਪੀ ਦੇ ਆਗੂਆਂ ਦਾ ਇਹ ਕਹਿਣਾ ਵੀ ਧੱਕਾ ਬਹੁਤ ਹੋਇਆ, ਗੁੰਡਾਗਰਦੀ ਬਹੁਤ ਹੋਈ ਹੈ, ਜੇ ਕਿਤੇ ਇਹ ਕੁਝ ਨਾ ਹੁੰਦਾ ਤਾਂ ਫਿਰ ਅਸੀਂ ਚਮਤਕਾਰ ਦਿਖਾ ਦੇਣਾ ਸੀ। ਹੁਣ ਬੀਜੇਪੀ ਦੇ ਆਗੂ ਕਹਿੰਦੇ ਵੀ 2022 ਦੇ ਵਿੱਚ ਤਾਂ ਚਮਤਕਾਰ ਦਿਖਾਵਾਂਗੇ ਹੀ। ਪਰ ਜਿਹੜੀ ਇਹ ਜਿੱਤ ਕਾਂਗਰਸ ਦੀ ਹੋਈ ਹੈ ਸਥਾਨਕ ਸਰਕਾਰਾਂ ਚੋਣਾਂ ਦੇ ਵਿੱਚ, ਇਹਦੇ ਕਰਕੇ ਕਾਂਗਰਸੀਆਂ ਦੇ ਹੌਸਲੇ ਬਹੁਤ ਬੁਲੰਦ ਆ ਤੇ ਬੀਜੇਪੀ ਦੇ ਪੰਜਾਬ ਦੇ ਆਗੂਆਂ ਦੇ ਹੌਸਲੇ ਕੁਝ ਹੱਦ ਤੱਕ ਪਸਤ ਜ਼ਰੂਰ ਹੋਏ ਆ। ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਨੂੰ ਪਹਿਲੇ ਨੰਬਰ ਦੇ ਉੱਤੇ ਰੱਖਿਆ ਨਹੀਂ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ, ਵੀ ਅਸੀਂ ਪੰਜਾਬ ਦੇ ਮਸਲੇ ਸਾਰੇ ਹੱਲ ਕਰਨੇ ਆ, ਸੂਬੇ ਦੇ ਮਸਲੇ ਹੱਲ ਕਰਕੇ ਅਸੀਂ ਇੱਥੇ ਸਰਗਰਮੀ ਨਾਲ ਵਿਚਰਨਾ। ਉਹ ਹਾਲੇ ਵੀ ਇਸੇ ਗੱਲ ਦੇ ਉੱਤੇ ਹੀ ਆ ਵੀ ਭਾਈ ਕਿਸਾਨ ਗੁੰਮਰਾਹ ਹਨ, ਸਰਕਾਰ ਕਾਂਗਰਸ ਦੀ ਹੈ, ਇਸ ਕਰਕੇ ਸਪੋਰਟ ਕੀਤੀ ਜਾ ਰਹੀ ਹੈ, ਇਹ ਤਾਂ ਜੀ ਭੜਕੇ ਹੋਏ ਹਨ, ਇਹ ਤਾਂ ਜੀ ਇੱਦਾਂ ਹਨ, ਇਹ ਤਾਂ ਉੱਦਾਂ ਹਨ। ਪਰ ਹੁਣ ਇੱਕ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮਾਲਵਾ ਖੇਤਰ ਦੇ ਵਿੱਚ, ਜਿੱਥੇ ਕਿ ਬੀਜੇਪੀ ਦੇ ਕੁਝ ਕੁ MLA ਵੀ ਹੈਗੇ ਆ, ਉਹ ਬੇਸ਼ੱਕ ਕਿਸੇ ਵੀ ਖੇਤਰ ਦੇ ਵਿੱਚ ਕਿਉਂ ਨਾ ਹੋਣ, ਪਰ ਮਾਲਵੇ ਦੇ ਵਿੱਚੋਂ ਇੱਕ ਵੀ ਸੀਟ ਬੀਜੇਪੀ ਦੀ ਝੋਲੀ ਦੇ ਵਿੱਚ ਨਹੀਂ ਪਈ ਇਹਨਾਂ ਸਥਾਨਕ ਸਰਕਾਰਾਂ ਚੋਣਾਂ ਦੇ ਵਿੱਚ। ਆਪਾਂ ਇਹ ਵੀ ਜਾਣਦੇ ਹਾਂ ਵੀ 2.5 ਕਿਲੋ ਦੇ ਹੱਥ ਵਾਲੇ ਸੰਨੀ ਦਿਓਲ ਦੇ ਖੇਤਰ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਵੀ ਬੀਜੇਪੀ ਨੂੰ 0 ਪ੍ਰਾਪਤ ਹੋਈ ਹੈ, ਸਾਰੀਆਂ ਸੀਟਾਂ ਹੀ ਕਾਂਗਰਸ ਲੈ ਗਈ ਹੈ। ਜੇ ਗੱਲ ਅੰਮ੍ਰਿਤਸਰ ਸਾਹਿਬ ਦੀ ਕਰਦੇ ਹਾਂ, ਉੱਥੇ ਬੀਜੇਪੀ ਨੂੰ ਕੁੱਲ 0 ਹੀ ਮਿਲੀ ਹੈ ਤੇ ਇਸ ਤੋਂ ਵੱਧ ਕੁਝ ਵੀ ਨਹੀਂ ਹੋ ਸਕਿਆ ਕਿਸੇ ਵੀ ਪਾਰਟੀ ਦੇ ਵੱਲੋਂ, ਸਾਰਾ ਕੁਝ ਕਾਂਗਰਸ ਹੀ ਉੱਥੇ ਕਰ ਗਈ ਹੈ। ਸੋ ਬਹੁਤ ਵੱਡੇ ਪੱਧਰ ਤੇ ਬੀਜੇਪੀ ਨੂੰ ਝਟਕਾ ਲੱਗਾ। ਪਰ ਮਾਲਵਾ ਖਿੱਤੇ ਦੇ ਵਿੱਚ, ਜਿਹੜਾ ਕਿ ਦੁਆਬੇ ਤੇ ਮਾਝੇ ਤੋਂ ਵੱਡਾ ਖਿੱਤਾ ਹੈਗਾ, ਉਹਦੇ ਵਿੱਚ ਬੀਜੇਪੀ ਦੇ ਪਿੜ ਪੱਲੇ ਕੱਖ ਨਾ ਪੈਣਾ, ਇਹ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ। ਤੇ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਦੀ ਸ਼ਹਿਰੀ ਵੋਟ ਪੱਕੀ ਮੰਨੀ ਜਾਂਦੀ ਹੈ ਤੇ ਇਹ ਗੱਲ ਕਹੀ ਜਾਂਦੀ ਸੀ ਕਿ ਕਿਸਾਨ ਅੰਦੋਲਨ ਪੇਂਡੂਆਂ ਦਾ, ਪਰ ਜਦੋਂ ਹੁਣ ਸ਼ਹਿਰੀ ਖੇਤਰ ਦੇ ਵਿੱਚ ਵੀ ਵੋਟਾਂ ਨਹੀਂ ਪਈਆਂ ਤਾਂ ਮਤਲਬ ਇਹ ਹੈ ਕਿ ਇਹ ਅੰਦੋਲਨ ਇਕੱਲਾ ਪਿੰਡਾਂ ਦਾ ਨਹੀਂ, ਹੁਣ ਸ਼ਹਿਰਾਂ ਦੇ ਵਿੱਚ ਵੀ ਅਸਰ ਹੋ ਚੁੱਕਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੀ ਮਾਲਵਾ ਪੱਟੀ ਦੇ ਵਿੱਚ ਕਿਸਾਨ ਯੂਨੀਅਨਾਂ ਬੇਹੱਦ ਸਰਗਰਮ ਨੇ ਤੇ ਇੱਥੋਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਬਾਰਡਰਾਂ ਦੇ ਉੱਤੇ ਧਰਨਾ ਦੇ ਰਹੇ ਨੇ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਦੇ ਵਿੱਚ ਜ਼ਬਰਦਸਤ ਵਿਰੋਧ ਹੈ। ਮਾਲਵਾ ਦੇ ਬਹੁਤ ਸਾਰੇ ਕਸਬਿਆਂ, ਖਾਸ ਕਰਕੇ ਮੰਡੀਆਂ ਦੇ ਵਿੱਚ ਹਿੰਦੂ ਭਾਈਚਾਰੇ ਦੀ ਵੱਡੀ ਆਬਾਦੀ ਹੈ ਜੋ ਭਾਜਪਾ ਦੀ ਕੱਟੜ ਸਮਰਥਕ ਹੈ। ਪਰ ਐਤਕੀ ਨਗਰ ਕੌਂਸਲ, ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਮਾਲਵਾ ਖਿੱਤੇ ਦੇ ਵਿੱਚੋਂ ਕੋਈ ਸੀਟ ਨਹੀਂ ਮਿਲੀ। ਬਠਿੰਡਾ ਦੇ ਵਿੱਚ ਭਾਜਪਾ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਤੇ ਇਸ ਦਾ ਵੋਟ ਹਿੱਸਾ ਵੀ ਬੇਹੱਦ ਮਾੜਾ ਰਿਹਾ। 2015 ਦੇ ਵਿੱਚ ਭਾਜਪਾ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਹੋਇਆ ਸੀ, ਉਦੋਂ ਭਾਜਪਾ ਨੂੰ 8 ਸੀਟਾਂ ਹਾਸਲ ਹੋਈਆਂ ਸੀ ਤੇ ਤਰਸੇਮ ਗੋਇਲ ਤੇ ਗੁਰਿੰਦਰਪਾਲ ਕੌਰ ਮੰਗਟ ਪਿਛਲੇ 10 ਸਾਲਾਂ ਤੋਂ ਲਗਾਤਾਰ 2 ਵਾਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਰਹੇ। ਪਰ ਇਸ ਵਾਰ ਗੋਇਲ ਨੇ ਚੋਣ ਨਹੀਂ ਲੜੀ ਤੇ ਮੰਗਟ ਵਾਰਡ ਨੰਬਰ 1 ਤੋਂ ਬੁਰੀ ਤਰ੍ਹਾਂ ਹਾਰ ਗਏ। ਅਬੋਹਰ ਦੇ ਵਿੱਚ ਜਿੱਥੇ ਭਾਜਪਾ ਦਾ ਇੱਕ ਵਿਧਾਇਕ ਅਰੁਣ ਨਾਰੰਗ ਹੈ, ਜਿਨ੍ਹਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੁਨੀਲ ਜਾਖੜ ਨੂੰ ਹਰਾਇਆ, ਇੱਥੇ ਬੀਜੇਪੀ ਦੇ ਵਿਧਾਇਕ ਦਾ ਜਾਦੂ ਨਹੀਂ ਚੱਲਿਆ ਤੇ 50 ਵਾਰਡਾਂ ਦੇ ਵਿੱਚੋਂ ਭਾਜਪਾ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ। ਕਾਂਗਰਸ ਨੇ 49 ਸੀਟਾਂ ਜਿੱਤੀਆਂ ਤੇ ਅਕਾਲੀ ਦਲ ਨੂੰ 1 ਸੀਟ ਮਿਲੀ। ਫਾਜ਼ਿਲਕਾ ਦੇ ਵਿੱਚ ਭਾਜਪਾ ਪਿਛਲੇ 2 ਕਾਰਜਕਾਲਾਂ ਤੋਂ ਨਗਰ ਕੌਂਸਲ ਦੀ ਸੱਤਾ ਦੇ ਉੱਤੇ ਕਾਬਜ਼ ਰਹੀ ਹੈ। ਇੱਥੋਂ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜੈਣੀ ਨੇ ਵੀ ਚੋਣ ਲੜੀ ਸੀ, ਪਰ ਇਸ ਦੇ ਬਾਵਜੂਦ ਹਾਲੀਆ ਸਥਾਨਕ ਚੋਣਾਂ ਦੇ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਰਹੀ। 25 ਸੀਟਾਂ ਦੇ ਵਿੱਚੋਂ ਸਿਰਫ 4 ਸੀਟਾਂ ਹੀ ਜਿੱਤ
ਜਿੱਤ ਸਕੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂਰੀਆ ਵੀ ਚੋਣ ਹਾਰ ਗਏ। ਫਿਰੋਜ਼ਪੁਰ ਦੇ ਵਿੱਚ ਜਿੱਥੇ ਭਾਜਪਾ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ 3 ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਨੇ। ਉਹ 2007 ਦੇ ਵਿੱਚ ਜਿੱਤੇ ਵੀ ਸਨ, ਪਰ ਸਥਾਨਕ ਚੋਣਾਂ ਦੇ ਵਿੱਚ ਕਾਂਗਰਸ ਨੇ 33 ਵਾਰਡਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ। ਮੋਗਾ, ਮੁਕਤਸਰ ਤੇ ਫਰੀਦਕੋਟ ਤੇ ਜੈਤੋ ਦੇ ਵਿੱਚ ਭਾਜਪਾ ਇੱਕ ਸੀਟ ਹੀ ਜਿੱਤ ਹਾਸਲ ਕਰ ਸਕੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਬਹੁਤਾ ਚੰਗਾ ਆਧਾਰ ਨਹੀਂ ਬਚਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਜੇਪੀ ਨੂੰ ਇਸ ਵਕਤ ਸ਼ੀਸ਼ਾ ਵੇਖ ਲੈਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਉਹਦੇ ਪ੍ਰਤੀ ਕੀ ਧਾਰਨਾ ਹੈ। ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਇਕੱਲੇ ਕਿਸਾਨ ਹੀ ਵਿਰੋਧ ਕਰ ਰਹੇ ਆ। ਇਸ ਵਕਤ ਤੇਲ ਦੀ ਮਹਿੰਗਾਈ ਦੇ ਕਰਕੇ, ਪੈਟਰੋਲ ਡੀਜ਼ਲ ਦੀ ਮਹਿੰਗਾਈ ਦੇ ਕਰਕੇ ਸਾਰੇ ਵਰਗਾਂ ਦੀ ਹੀ ਚੀਕ ਨਿਕਲੀ ਹੋਈ ਹੈ। ਇਸ ਵਕਤ ਰਸੋਈ ਗੈਸ ਦੀ ਕੀਮਤ ਵਧਣ ਦੇ ਕਰਕੇ ਹਰ ਵਰਗ ਦਾ ਬੁਰਾ ਹਾਲ ਹੋਇਆ ਪਿਆ। ਤੇ ਜੇਕਰ ਹਾਲੇ ਵੀ ਨਾ ਸਮਝੇ ਤਾਂ 2022 ਦੀਆਂ ਚੋਣਾਂ ਦੇ ਵਿੱਚ ਚੁਣੌਤੀ ਇਸ ਤੋਂ ਵੀ ਵੱਡੀ ਹੋਣੀ ਹੈ। ਜੇਕਰ ਹੁਣ ਕੌਂਸਲਰ ਬਣਾਉਣ ਦੇ ਵਿੱਚ, ਜੇਕਰ ਨਗਰ ਪੰਚਾਇਤ ਦਾ ਮੈਂਬਰ ਬਣਾਉਣ ਦੇ ਵਿੱਚ ਇੰਨੀ ਵੱਡੀ ਸਮੱਸਿਆ ਆਈ ਹੈ ਤਾਂ ਫਿਰ ਵਿਧਾਇਕ ਬਣਾਉਣ ਦੇ ਵਿੱਚ ਕਿੰਨੀ ਵੱਡੀ ਸਮੱਸਿਆ ਆਊਗੀ। ਬੀਜੇਪੀ ਨੂੰ ਇਸ ਗੱਲ ਨੂੰ ਪੜ੍ਹ ਲੈਣਾ ਚਾਹੀਦਾ। ਸੋ ਵੇਲਾ ਰਹਿੰਦੇ ਕਿਸਾਨਾਂ ਦੀਆਂ ਮੰਗਾਂ ਵੀ ਮੰਨਣੀਆਂ ਚਾਹੀਦੀਆਂ। ਬਾਕੀ ਸਾਰੇ ਭਾਈਚਾਰਿਆਂ ਦੇ ਨਾਲ ਜੋ ਵਾਅਦੇ ਕੀਤੇ ਸੀਗੇ ਉਹ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਨੇ ਚਾਹੀਦੇ ਆ, ਕਿਉਂਕਿ ਬੀਜੇਪੀ ਦੀ ਆਦਤ ਆ ਵੀ ਅਗਲੇ ਸੂਬੇ ਨੂੰ ਤਾਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਿੱਥੇ ਪਹਿਲਾਂ ਸਰਕਾਰ ਹੁੰਦੀ ਆ ਉਸ ਸੂਬੇ ਦੇ ਬਾਰੇ ਜਾਂ ਸਮੁੱਚੇ ਦੇਸ਼ ਦੇ ਬਾਰੇ ਘੱਟ ਸੋਚਿਆ ਜਾਂਦਾ ਤੇ ਆਪਦੀ ਇੱਕ ਰੰਗ ਦੇ ਵਿੱਚ, ਜਿਹੜਾ ਕਿ ਇਸ ਵਕਤ ਭਗਵੇਂ ਕਰਨ ਦਾ ਰੰਗ ਹੈ, ਉਹਦੇ ਰੰਗ ਦੇ ਵਿੱਚ ਰੰਗੇ ਹੋਏ ਬੀਜੇਪੀ ਦੇ ਨੇਤਾ ਕੁਝ ਵੀ ਕਹਿੰਦੇ ਆ ਤੇ ਆਪਦੇ ਪੈਰ ਦੇ ਉੱਤੇ ਆਪੇ ਕੁਹਾੜੀ ਮਾਰੀ ਜਾਂਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।